20 ਦਸੰਬਰ 1705 ਈਸਵੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਜਿਸ ਸਮੇਂ ਸਿੱਖਾਂ ਦਾ ਕਾਫਲਾ ਸਰਸਾ ਨਦੀ ਦੇ ਕੰਢੇ ਅੱਪੜਿਆ ਤਾਂ ਇਸ ਵਿੱਚ ਭਿਆਨਕ ਹੜ੍ਹ ਆਈ ਹੋਈ ਸੀ ਅਤੇ ਪਾਣੀ ਜ਼ੋਰਾਂ ਉੱਤੇ ਸੀ। ਇਸ ਸਮੇਂ ਸਿੱਖ ਭਾਰੀ ਕਠਿਨਾਈ ਵਿੱਚ ਘਿਰ ਗਏ। ਉਹਨਾਂ ਦੇ ਪਿਛਲੀ ਤਰਫ ਵੈਰੀ ਦਲ ਮਾਰੋ ਮਾਰ ਕਰਦਾ ਆ ਰਿਹਾ ਸੀ ਅਤੇ ਸਾਹਮਣੇ ਸਰਸਾ ਨਦੀ ਫੁੰਕਾਰਾ ਮਾਰ ਰਹੀ ਸੀ। ਫੈਸਲਾ ਤੁਰੰਤ ਲੈਣਾ ਸੀ। ਅੰਤ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਕੁਝ ਸਿੰਘ ਇੱਥੇ ਵੈਰੀ ਨੂੰ ਲੜਾਈ ਵਿੱਚ ਉਲਝਾ ਕੇ ਰੱਖੋ ਅਤੇ ਜੋ ਸਰਸਾ ਪਾਰ ਕਰਨ ਦੀ ਸਮਰੱਥਾ ਰੱਖਦੇ ਹਨ ਉਹ ਆਪਣੇ ਘੋੜੇ ਸਰਸਾ ਦੇ ਵਹਾਅ ਨਾਲ ਨਦੀ ਪਾਰ ਕਰਨ ਦਾ ਯਤਨ ਕਰੋ। ਅਜਿਹਾ ਹੀ ਕੀਤਾ ਗਿਆ। ਭਾਈ ਉਦੇ ਸਿੰਘ ਅਤੇ ਭਾਈ ਜੀਵਨ ਸਿੰਘ ਆਪਣੇ ਆਪਣੇ ਜਥੇ ਲੈ ਕੇ ਵੈਰੀ ਦੇ ਨਾਲ ਭਿੜ ਗਏ। ਇੰਨੇ ਵਿੱਚ ਗੁਰੂ ਦੇਵ ਜੀ ਸਰਸਾ ਨਦੀ ਪਾਰ ਕਰਨ ਵਿੱਚ ਸਫਲ ਹੋ ਗਏ, ਪਰ ਅਣਗਿਣਤ ਸਿੱਖ ਸਰਸਾ ਨਦੀ ਪਾਰ ਕਰਦੇ ਹੋਏ ਮੌਤ ਦਾ ਸ਼ਿਕਾਰ ਹੋ ਗਏ ਕਿਉਂਕਿ ਪਾਣੀ ਦਾ ਵੇਗ ਬਹੁਤ ਤਿੱਖਾ ਸੀ। ਕਈ ਤਾਂ ਪਾਣੀ ਦੇ ਵਹਾਅ ਵਿੱਚ ਵਗਦੇ ਹੋਏ ਕਈ ਕੋਹ ਦੂਰ ਵਗ ਗਏ। ਪੋਹ ਮਹੀਨੇ ਦੇ ਦਿਨ ਠੰਡ ਰੁੱਤ ਦੀ ਵਰਖਾ, ਨਦੀ ਦਾ ਬਰਫੀਲਾ ਠੰਡਾ ਪਾਣੀ, ਇਹਨਾਂ ਗੱਲਾਂ ਨੇ ਗੁਰੂ ਦੇਵ ਜੀ ਦੇ ਸੈਨਿਕਾਂ ਦੇ ਸਰੀਰਾਂ ਨੂੰ ਸੁੰਨ ਕਰ ਦਿੱਤਾ। ਇਸ ਕਾਰਨ ਵੈਰੀ ਫੌਜੀ ਨੇ ਸਰਸਾ ਨਦੀ ਪਾਰ ਕਰਨ ਦਾ ਸਾਹਸ ਨਹੀਂ ਕੀਤਾ। ਸਰਸਾ ਨਦੀ ਪਾਰ ਕਰਨ ਦੇ ਬਾਅਦ 40 ਸਿੱਖ ਅਤੇ 2 ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੇ ਇਲਾਵਾ ਗੁਰੂ ਦੇਵ ਜੀ ਨੂੰ ਮਿਲਾ ਕੇ ਕੁੱਲ 43 ਸਿੱਖਾਂ ਦੀ ਗਿਣਤੀ ਹੋਈ। ਨਦੀ ਦੇ ਇਸ ਪਾਰ ਭਾਈ ਉਦੇ ਸਿੰਘ ਮੁਗਲਾਂ ਦੇ ਅਨੇਕਾਂ ਹਮਲਿਆਂ ਨੂੰ ਪਛਾੜਦੇ ਰਹੇ। ਉਹ ਤਦ ਤੱਕ ਬਹਾਦਰੀ ਵੱਲੋਂ ਲੜਦੇ ਰਹੇ ਜਦੋਂ ਤੱਕ ਉਹਨਾਂ ਦੇ ਕੋਲ ਇੱਕ ਵੀ ਜਿੰਦਾ ਫੌਜੀ ਸੀ ਅਤੇ ਅਖੀਰ ਉਹ ਲੜਾਈ ਭੂਮੀ ਵਿੱਚ ਗੁਰੂ ਆਗਿਆ ਨਿਭਾਉਂਦੇ ਅਤੇ ਫਰਜ਼ ਪਾਲਨ ਕਰਦੇ ਹੋਏ ਵੀਰ ਗਤੀ ਪਾ ਗਏ ਅਤੇ ਸ਼ਹੀਦ ਹੋ ਗਏ। ਇਸ ਭਿਆਨਕ ਉਥਲ-ਪੁਥਲ ਵਿੱਚ ਗੁਰੂ ਦੇਵ ਜੀ ਦਾ ਪੂਰਾ ਪਰਿਵਾਰ ਉਹਨਾਂ ਤੋਂ ਵਿਛੜ ਗਿਆ। ਭਾਈ ਮਨੀ ਸਿੰਘ ਜੀ ਦੇ ਜਥੇ ਵਿੱਚ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰੀ ਕੌਰ ਜੀ ਦੀ ਟਹਿਲ ਸੇਵਾ ਕਰਨ ਵਾਲੀਆਂ ਦਾਸੀਆਂ ਸਨ। 2 ਸਿੱਖ ਭਾਈ ਜਵਾਹਰ ਸਿੰਘ ਅਤੇ ਭਾਈ ਧੰਨਾ ਸਿੰਘ ਜੋ ਦਿੱਲੀ ਦੇ ਨਿਵਾਸੀ ਸਨ, ਇਹ ਲੋਕ ਸਰਸਾ ਨਦੀ ਪਾਰ ਕਰ ਪਾਏ। ਇਹ ਸਭ ਹਰਿਦੁਆਰ ਵੱਲੋਂ ਹੋ ਕੇ ਦਿੱਲੀ ਪਹੁੰਚੇ, ਜਿੱਥੇ ਭਾਈ ਜਵਾਹਰ ਸਿੰਘ ਇਹਨਾਂ ਨੂੰ ਆਪਣੇ ਘਰ ਲੈ ਗਿਆ। ਦੂਜੇ ਜਥੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਅਤੇ ਗੰਗੂ ਰਾਮ ਬ੍ਰਾਹਮਣ ਸਨ, ਜੋ ਗੁਰੂ ਘਰ ਦਾ ਰਸੋਈਆ ਸੀ। ਇਸ ਦਾ ਪਿੰਡ ਸਹੇੜੀ ਇੱਥੋਂ ਲਗਭਗ 15 ਕੋਹ ਦੀ ਦੂਰੀ ਉੱਤੇ ਮਰਿੰਡਾ ਕਸਬੇ ਦੇ ਨਜ਼ਦੀਕ ਸੀ। ਗੰਗੂ ਰਾਮ ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ। ਗੁਰੂ ਦੇਵ ਜੀ ਆਪਣੇ 40 ਸਿੱਖਾਂ ਦੇ ਨਾਲ ਅੱਗੇ ਵਧਦੇ ਹੋਏ ਦੁਪਹਿਰ ਤੱਕ ਚਮਕੌਰ ਨਾਮਕ ਖੇਤਰ ਦੇ ਬਾਹਰ ਇੱਕ ਬਗੀਚੇ ਵਿੱਚ ਪਹੁੰਚੇ। ਇੱਥੋਂ ਦੇ ਮਕਾਮੀ ਲੋਕਾਂ ਨੇ ਗੁਰੂ ਦੇਵ ਜੀ ਦਾ ਹਾਰਦਿਕ ਸਵਾਗਤ ਕੀਤਾ ਅਤੇ ਹਰ ਇੱਕ ਪ੍ਰਕਾਰ ਦੀ ਸਹਾਇਤਾ ਕੀਤੀ। ਇੱਥੇ ਇੱਕ ਕਿਲ੍ਹਾ-ਨੁਮਾ ਕੱਚੀ ਹਵੇਲੀ ਸੀ ਜੋ ਸਾਮਰਿਕ ਨਜ਼ਰ ਵੱਲੋਂ ਬਹੁਤ ਮਹੱਤਵਪੂਰਨ ਸੀ ਕਿਉਂਕਿ ਇਸ ਨੂੰ ਇੱਕ ਉੱਚੇ ਟਿੱਲੇ ਉੱਤੇ ਬਣਾਇਆ ਗਿਆ ਸੀ ਜਿਹਦੇ ਚਾਰੇ ਪਾਸੇ ਖੁੱਲ੍ਹਾ ਪੱਧਰਾ ਮੈਦਾਨ ਸੀ। ਹਵੇਲੀ ਦੇ ਸੁਆਮੀ ਬੁੱਧੀ ਚੰਦ ਨੇ ਗੁਰੂ ਦੇਵ ਜੀ ਨੂੰ ਕਿਹਾ ਕਿ ਤੁਸੀਂ ਇਸ ਹਵੇਲੀ ਵਿੱਚ ਆਰਾਮ ਕਰੋ। ਗੁਰੂ ਦੇਵ ਜੀ ਨੇ ਅੱਗੇ ਜਾਣਾ ਉਚਿਤ ਨਹੀਂ ਸਮਝਿਆ। ਅੰਤ 40 ਸਿੱਖਾਂ ਨੂੰ ਛੋਟੀ ਟੁਕੜੀਆਂ ਵਿੱਚ ਵੰਡ ਕੇ ਉਹਨਾਂ ਵਿੱਚ ਬਚਿਆ ਖੁਚਿਆ ਅਸਲਾ ਵੰਡ ਦਿੱਤਾ ਅਤੇ ਸਾਰੇ ਸਿੱਖਾਂ ਨੂੰ ਮੁਕਾਬਲੇ ਲਈ ਮੋਰਚਿਆਂ ਉੱਤੇ ਤੈਨਾਤ ਕਰ ਦਿੱਤਾ। ਹੁਣ ਸਾਰਿਆਂ ਨੂੰ ਪਤਾ ਸੀ ਕਿ ਮੌਤ ਨਿਸ਼ਚਿਤ ਹੈ, ਪਰ ਖਾਲਸਾ ਫੌਜ ਦਾ ਸਿਧਾਂਤ ਸੀ ਕਿ ਵੈਰੀ ਦੇ ਸਾਹਮਣੇ ਹਥਿਆਰ ਨਹੀਂ ਪਾਉਣੇ, ਕੇਵਲ ਵੀਰ ਗਤੀ ਜਾਨੀ ਸ਼ਹੀਦੀ ਪ੍ਰਾਪਤ ਕਰਨੀ ਹੈ। ਅੰਤ ਆਪਣੇ ਪ੍ਰਾਣਾਂ ਦੀ ਆਹੁਤੀ ਦੇਣ ਲਈ ਸਾਰੇ ਸਿੱਖ ਤਿਆਰ ਹੋ ਗਏ। ਗੁਰੂ ਦੇਵ ਜੀ ਆਪਣੇ 40 ਸਿੱਖਾਂ ਦੀ ਤਾਕਤ ਵੱਲੋਂ ਅਣਗਿਣਤ ਮੁਗਲ ਫੌਜ ਵੱਲੋਂ ਲੜਨ ਦੀ ਯੋਜਨਾ ਬਣਾਉਣ ਲੱਗੇ। ਗੁਰੂ ਦੇਵ ਜੀ ਨੇ ਆਪ ਕੱਚੀ ਗੜੀ ਉੱਤੇ ਅੰਟਾਰੀ ਵਿੱਚ ਮੋਰਚਾ ਸੰਭਾਲਿਆ। ਹੋਰ ਸਿੱਖਾਂ ਨੇ ਵੀ ਆਪਣੇ ਆਪਣੇ ਮੋਰਚੇ ਬਣਾਏ ਅਤੇ ਮੁਗਲ ਫੌਜ ਦਾ ਰੱਸਾ ਦੇਖਣ ਲੱਗੇ। ਉੱਧਰ ਜਿਵੇਂ ਹੀ ਬਰਸਾਤੀ ਨਾਲਾ ਸਰਸੇ ਦੇ ਪਾਣੀ ਦਾ ਵਹਾਅ ਘੱਟ ਹੋਇਆ, ਮੁਗਲ ਫੌਜ ਟਿੱਡੀ ਦਲ ਦੀ ਤਰ੍ਹਾਂ ਉਸ ਨੂੰ ਪਾਰ ਕਰਕੇ ਗੁਰੂ ਦੇਵ ਜੀ ਦਾ ਪਿੱਛਾ ਕਰਦੀ ਹੋਈ ਚਮਕੌਰ ਦੇ ਮੈਦਾਨ ਵਿੱਚ ਪਹੁੰਚ ਗਈ। ਵੇਖਦੇ ਹੀ ਵੇਖਦੇ ਉਹਨਾਂ ਨੇ ਗੁਰੂ ਦੇਵ ਜੀ ਦੀ ਕੱਚੀ ਗੜੀ ਨੂੰ ਘੇਰ ਲਿਆ। ਮੁਗਲ ਸੈਨਾਪਤੀਆਂ ਨੂੰ ਪਿੰਡ ਵਾਲਿਆਂ ਵੱਲੋਂ ਪਤਾ ਚੱਲ ਗਿਆ ਸੀ ਕਿ ਗੁਰੂ ਦੇਵ ਜੀ ਦੇ ਕੋਲ ਕੇਵਲ 40 ਹੀ ਫੌਜੀ ਹਨ। ਅੰਤ ਉਹ ਇੱਥੇ ਗੁਰੂ ਦੇਵ ਜੀ ਨੂੰ ਬੰਦੀ ਬਣਾਉਣ ਦੇ ਸੁਪਨੇ ਦੇਖਣ ਲੱਗੇ। ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਸਵੇਰਾ ਹੁੰਦੇ ਹੀ
ਮੁਨਾਦੀ ਕਰਵਾ ਦਿੱਤੀ ਕਿ ਜੇਕਰ ਗੁਰੂ ਦੇਵ ਜੀ ਆਪਣੇ ਆਪ ਨੂੰ ਸਾਥੀਆਂ ਸਹਿਤ ਮੁਗਲ ਪ੍ਰਸ਼ਾਸਨ ਦੇ ਹਵਾਲੇ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ੀ ਜਾ ਸਕਦੀ ਹੈ। ਇਸ ਮੁਨਾਦੀ ਦੇ ਜਵਾਬ ਵਿੱਚ ਗੁਰੂ ਦੇਵ ਜੀ ਨੇ ਮੁਗਲ ਸੈਨਾਵਾਂ ਉੱਤੇ ਤੀਰਾਂ ਦੀ ਬੌਛਾਰ ਕਰ ਦਿੱਤੀ। ਇਸ ਸਮੇਂ ਮੁਕਾਬਲਾ 40 ਸਿੱਖਾਂ ਦਾ ਹਜ਼ਾਰਾਂ ਅਣਗਿਣਤ ਲਗਭਗ 10 ਲੱਖ ਦੀ ਗਿਣਤੀ ਵਿੱਚ ਮੁਗਲ ਸੈਨਿਕ ਬਲ ਦੇ ਨਾਲ ਸੀ। ਇਸ ਉੱਤੇ ਗੁਰੂ ਦੇਵ ਜੀ ਨੇ ਵੀ ਤਾਂ ਇੱਕ ਇੱਕ ਸਿੱਖ ਨੂੰ ਸਵਾ ਲੱਖ ਦੇ ਨਾਲ ਲੜਾਉਣ ਦੀ ਸੌਗੰਧ ਖਾਈ ਹੋਈ ਸੀ। ਹੁਣ ਇਸ ਸੌਗੰਧ ਨੂੰ ਵੀ ਸੰਸਾਰ ਦੇ ਸਾਹਮਣੇ ਕਿਰਿਆਵੰਤ ਕਰਕੇ ਨੁਮਾਇਸ਼ ਕਰਨ ਦਾ ਸ਼ੁਭ ਮੌਕਾ ਆ ਗਿਆ ਸੀ। 22 ਦਸੰਬਰ ਸਾਲ 1705 ਈਸਵੀ ਨੂੰ ਸੰਸਾਰ ਦਾ ਸਭ ਤੋਂ ਅਨੋਖਾ ਯੁੱਧ ਸ਼ੁਰੂ ਹੋ ਗਿਆ। ਆਕਾਸ਼ ਵਿੱਚ ਘਨਘੋਰ ਬਾਦਲ ਸਨ ਅਤੇ ਹੌਲੀ-ਹੌਲੀ ਬੂੰਦਾਬਾਂਦੀ ਹੋ ਰਹੀ ਸੀ। ਸਾਲ ਦਾ ਸਭ ਤੋਂ ਛੋਟਾ ਦਿਨ ਹੋਣ ਦੇ ਕਾਰਨ ਸੂਰਜ ਵੀ ਬਹੁਤ ਦੇਰ ਵੱਲੋਂ ਉਦੇ ਹੋਇਆ ਸੀ। ਕੜਾਕੇ ਦੀ ਸ਼ੀਤ ਲਹਿਰ ਚੱਲ ਰਹੀ ਸੀ। ਜਦੋਂ ਕੱਚੀ ਗੜੀ ਉੱਤੇ ਹਮਲਾ ਹੋਇਆ, ਅੰਦਰ ਵੱਲੋਂ ਤੀਰਾਂ ਅਤੇ ਗੋਲਿਆਂ ਦੀ ਬੌਛਾਰ ਹੋਈ। ਅਨੇਕ ਮੁਗਲ ਫੌਜੀ ਹਤਾਹਤ ਹੋਏ। ਮੁਗਲ ਸੈਨਾਪਤੀਆਂ ਨੂੰ ਆ ਵਿਸ਼ਵਾਸ ਹੋਣ ਲੱਗਾ ਸੀ ਕਿ ਕੋਈ 40 ਸੈਨਿਕਾਂ ਦੀ ਸਹਾਇਤਾ ਵੱਲੋਂ ਇੰਨਾ ਬਲਵਾਨ ਵੀ ਬਣ ਸਕਦਾ ਹੈ। ਸਿੱਖ ਫੌਜੀ ਲੱਖਾਂ ਦੀ ਫੌਜ ਵਿੱਚ ਘਿਰੇ ਹੋਏ ਵੀ ਲੜਨ ਮਰਨ ਦਾ ਖੇਲ ਖੇਲ ਰਹੇ ਸਨ। ਉਹਨਾਂ ਦੇ ਕੋਲ ਜਦੋਂ ਗੋਲਾ ਬਰੂਦ ਅਤੇ ਤੀਰ ਖਤਮ ਹੋ ਗਏ, ਪਰ ਮੁਗਲ ਸੈਨਿਕਾਂ ਦੀ ਗੜੀ ਦੇ ਨੇੜੇ ਵੀ ਜਾਣ ਦੀ ਹਿੰਮਤ ਨਹੀਂ ਹੋਈ, ਤਾਂ ਉਹਨਾਂ ਨੇ ਤਲਵਾਰ ਅਤੇ ਭਾਲੇ ਦੀ ਲੜਾਈ ਲੜਨ ਲਈ ਮੈਦਾਨ ਵਿੱਚ ਨਿਕਲਣਾ ਜ਼ਰੂਰੀ ਸਮਝਿਆ। ਸਭ ਤੋਂ ਪਹਿਲਾਂ ਭਾਈ ਹਿੰਮਤ ਸਿੰਘ ਨੂੰ ਗੁਰੂ ਦੇਵ ਜੀ ਨੇ ਆਦੇਸ਼ ਦਿੱਤਾ ਉਹ ਆਪਣੇ ਸਾਥੀਆਂ ਸਹਿਤ 5 ਦਾ ਜੱਥਾ ਲੈ ਕੇ ਰਨ ਖੇਤਰ ਵਿੱਚ ਜਾ ਕੇ ਵੈਰੀ ਵੱਲੋਂ ਜੂਝਣ। ਉਦੋਂ ਮੁਗਲ ਜਰਨੈਲ ਨਾਹਰ ਖਾਨ ਨੇ ਸੀੜੀ ਲਗਾ ਕੇ ਗੜੀ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਗੁਰੂ ਦੇਵ ਜੀ ਨੇ ਉਸ ਨੂੰ ਉੱਥੇ ਹੀ ਤੀਰ ਵੱਲੋਂ ਭੇਦ ਕਰਕੇ ਚਿੱਤ ਕਰ ਦਿੱਤਾ। ਇੱਕ ਹੋਰ ਜਰਨੈਲ ਖਵਾਜਾ ਮਹਿਮੂਦ ਅਲੀ ਨੇ ਜਦੋਂ ਸਾਥੀਆਂ ਨੂੰ ਮਰਦੇ ਹੋਏ ਵੇਖਿਆ ਤਾਂ ਉਹ ਦੀਵਾਰ ਦੀ ਓਟ ਵਿੱਚ ਭੱਜ ਗਿਆ। ਗੁਰੂ ਦੇਵ ਜੀ ਨੇ ਉਸ ਦੀ ਇਸ ਬੁਜ਼ਦਿਲੀ ਦੇ ਕਾਰਨ ਉਸ ਨੂੰ ਆਪਣੀ ਰਚਨਾ ਵਿੱਚ ਮਰਦੂਦ ਕਰਕੇ ਲਿਖਿਆ ਹੈ। ਸਰਹੰਦ ਦੇ ਨਵਾਬ ਨੇ ਸੈਨਾਵਾਂ ਨੂੰ ਇੱਕ ਵਾਰ ਇਕੱਠੇ ਹੋ ਕੇ ਕੱਚੀ ਗੜੀ ਉੱਤੇ ਪੂਰੇ ਵੇਗ ਵੱਲੋਂ ਹਮਲਾ ਕਰਨ ਦਾ ਆਦੇਸ਼ ਦਿੱਤਾ, ਪਰ ਗੁਰੂ ਦੇਵ ਜੀ ਉੱਚੇ ਟਿੱਲੇ ਦੀ ਹਵੇਲੀ ਵਿੱਚ ਹੋਣ ਦੇ ਕਾਰਨ ਸਾਮਰਿਕ ਨਜ਼ਰ ਵੱਲੋਂ ਚੰਗੀ ਹਾਲਤ ਵਿੱਚ ਸਨ। ਅੰਤ ਉਹਨਾਂ ਨੇ ਇਹ ਹਮਲਾ ਵੀ ਅਸਫਲ ਕਰ ਦਿੱਤਾ ਅਤੇ ਸਿੱਖਾਂ ਦੇ ਵਾਣਾਂ ਦੀ ਵਰਖਾ ਵੱਲੋਂ ਅਣਗਿਣਤ ਮੁਗਲ ਸਿਪਾਹੀਆਂ ਨੂੰ ਹਮੇਸ਼ਾ ਦੀ ਨੀਂਦ ਸੁਆ ਦਿੱਤਾ। ਸਿੱਖਾਂ ਦੇ ਜਥੇ ਨੇ ਗੜੀ ਵੱਲੋਂ ਬਾਹਰ ਆ ਕੇ ਵੱਧ ਰਹੀ ਮੁਗਲ ਫੌਜ ਨੂੰ ਕਰਾਰੇ ਹੱਥ ਦਿਖਾਏ। ਗੜੀ ਦੇ ਉੱਤੇ ਦੀ ਅੰਟਾਰੀ ਵੱਲੋਂ ਗੁਰੂ ਦੇਵ ਜੀ ਖੁਦ ਆਪਣੇ ਸਿੱਖਾਂ ਦੀ ਸਹਾਇਤਾ ਸ਼ਤਰੂਆਂ ਉੱਤੇ ਤੀਰ ਚਲਾ ਕੇ ਕਰ ਰਹੇ ਸਨ। ਅਖੀਰ ਵਿੱਚ 5 ਸਿੱਖ ਸ਼ਹੀਦ ਹੋ ਗਏ। ਫਿਰ ਗੁਰੂ ਦੇਵ ਜੀ ਨੇ 5 ਸਿੱਖਾਂ ਦਾ ਦੂਜਾ ਜੱਥਾ ਗੜੀ ਵੱਲੋਂ ਬਾਹਰ ਭੇਜਿਆ। ਇਸ ਜੱਥੇ ਨੇ ਵੀ ਅੱਗੇ ਵਧਦੇ ਹੋਏ ਸ਼ਤਰੂਆਂ ਦੇ ਪੈਰ ਉਖੇੜ ਦਿੱਤੇ ਅਤੇ ਉਹਨਾਂ ਨੂੰ ਪਿੱਛੇ ਧਕੇਲ ਦਿੱਤਾ ਅਤੇ ਸ਼ਤਰੂਆਂ ਦਾ ਭਾਰੀ ਜਾਨੀ ਨੁਕਸਾਨ ਕਰਦੇ ਹੋਏ ਖੁਦ ਵੀ ਸ਼ਹੀਦ ਹੋ ਗਏ। ਇਸ ਪ੍ਰਕਾਰ ਗੁਰੂ ਦੇਵ ਜੀ ਨੇ ਰਣਨੀਤੀ ਬਣਾਈ ਅਤੇ 5-5 ਜੱਥੇ ਵਾਰੀ-ਵਾਰੀ ਰਨ ਖੇਤਰ ਵਿੱਚ ਭੇਜਣ ਲੱਗੇ। ਜਦੋਂ 5ਵਾਂ ਜੱਥਾ ਸ਼ਹੀਦ ਹੋ ਗਿਆ ਤਾਂ ਦੁਪਹਿਰ ਦਾ ਸਮਾਂ ਹੋ ਗਿਆ ਸੀ। ਸਰਹੰਦ ਦੇ ਨਵਾਬ ਵਜ਼ੀਰ ਖਾਨ ਦੀ ਹਦਾਇਤਾਂ ਦਾ ਪਾਲਨ ਕਰਦੇ ਹੋਏ ਜਰਨੈਲ ਹਦਾਇਤ ਖਾਨ, ਇਸਮਾਈਲ ਖਾਨ, ਫੁਲਾਦ ਖਾਨ, ਸੁਲਤਾਨ ਖਾਨ, ਅਸਮਾਲ ਖਾਨ, ਜਹਾਨ ਖਾਨ, ਖਲੀਲ ਖਾਨ ਅਤੇ ਭੂਰੇ ਖਾਨ ਇੱਕ ਬਾਰਗੀ ਸੈਨਾਵਾਂ ਨੂੰ ਲੈ ਕੇ ਗੜੀ ਦੇ ਵੱਲ ਵਧੇ। ਸਭ ਨੂੰ ਪਤਾ ਸੀ ਕਿ ਇੰਨਾ ਵੱਡਾ ਹਮਲਾ ਰੋਕ ਪਾਉਣਾ ਬਹੁਤ ਮੁਸ਼ਕਲ ਹੈ। ਇਸ ਲਈ ਅੰਦਰ ਬਾਕੀ ਬਚੇ ਸਿੱਖਾਂ ਨੇ ਗੁਰੂ ਦੇਵ ਜੀ ਦੇ ਸਨਮੁਖ ਅਰਦਾਸ ਕੀਤੀ ਕਿ ਉਹ ਸਾਹਿਬਜ਼ਾਦਿਆਂ ਸਹਿਤ ਲੜਾਈ ਖੇਤਰ ਵੱਲੋਂ ਕਿਤੇ ਹੋਰ ਵੱਲ ਨਿਕਲ ਜਾਣ। ਇਹ ਸੁਣ ਕੇ ਗੁਰੂ ਦੇਵ ਜੀ ਨੇ ਸਿੱਖਾਂ ਨੂੰ ਕਿਹਾ, ਤੁਸੀਂ ਕਿਹੜੇ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ? ਤੁਸੀਂ ਸਾਰੇ ਮੇਰੇ ਹੀ ਸਾਹਿਬਜ਼ਾਦੇ ਹੋ। ਗੁਰੂ ਦੇਵ ਜੀ ਦਾ ਇਹ ਜਵਾਬ ਸੁਣ ਕੇ ਸਾਰੇ ਸਿੱਖ ਹੈਰਾਨੀ ਵਿੱਚ ਪੈ ਗਏ। ਗੁਰੂ ਦੇਵ ਜੀ ਦੇ ਵੱਡੇ ਸੁਪੁੱਤਰ ਅਜੀਤ ਸਿੰਘ ਨੇ ਪਿਤਾ ਜੀ ਦੇ ਕੋਲ ਜਾ ਕੇ ਆਪਣੀ ਯੁੱਧ ਕਲਾ ਦੀ ਨੁਮਾਇਸ਼ ਦੀ ਆਗਿਆ ਮੰਗਣ ਲੱਗੇ। ਗੁਰੂ ਦੇਵ ਜੀ ਨੇ ਖੁਸ਼ੀ ਨਾਲ ਉਸ ਨੂੰ ਅਸੀਸ ਦਿੱਤੀ। ਬਸ ਫਿਰ ਕੀ ਸੀ, ਉਹ ਆਪਣੇ 4 ਹੋਰ ਸਿੱਖਾਂ ਨੂੰ ਲੈ ਕੇ ਗੜੀ ਵੱਲੋਂ ਬਾਹਰ ਆਏ ਅਤੇ ਮੁਗਲਾਂ ਦੀ ਫੌਜ ਉੱਤੇ ਅਜਿਹਾ ਟੁੱਟ ਪਏ ਜਿਵੇਂ ਸ਼ੇਰ ਮਿਰਗ ਸਾਬਗਾ ਉੱਤੇ ਟੁੱਟਦਾ ਹੈ। ਅਜੀਤ ਸਿੰਘ ਜਿੱਧਰ ਵੱਲ ਜਾਂਦੇ ਉਧਰ ਸਾਹਮਣੇ ਪੈਣ ਵਾਲੇ ਫੌਜੀ ਡਿੱਗਦੇ, ਕੱਟਦੇ ਜਾਂ ਭੱਜ ਜਾਂਦੇ। 5 ਸਿੰਘਾਂ ਦੇ ਜੱਥੇ ਨੇ ਸੈਂਕੜਿਆਂ ਮੁਗਲਾਂ ਨੂੰ ਕਾਲ ਦਾ ਗਰਾਸ ਬਣਾ ਦਿੱਤਾ।
ਸਾਹਿਬਜ਼ਾਦਾ ਅਜੀਤ ਸਿੰਘ ਨੂੰ ਛੋਟੇ ਭਾਈ ਸਾਹਿਬਜ਼ਾਦਾ ਜੁਝਾਰ ਸਿੰਘ ਨੇ ਜਦੋਂ ਸ਼ਹੀਦ ਹੁੰਦੇ ਵੇਖਿਆ ਤਾਂ ਉਸਨੇ ਵੀ ਗੁਰੂ ਦੇਵ ਜੀ ਵੱਲੋਂ ਜਾਣ ਦੀ ਆਗਿਆ ਮੰਗੀ। ਗੁਰੂ ਦੇਵ ਜੀ ਨੇ ਉਸਦੀ ਪਿੱਠ ਥਪਥ ਪਾਈ ਅਤੇ ਆਪਣੇ ਕਿਸ਼ੋਰ ਪੁੱਤਰ ਨੂੰ ਰਣਕਸ਼ੇਤਰ ਵਿੱਚ 4 ਹੋਰ ਸੇਵਕਾਂ ਦੇ ਨਾਲ ਭੇਜਿਆ। ਗੁਰੂ ਦੇਵ ਜੀ ਜੁਝਾਰ ਸਿੰਘ ਨੂੰ ਰਣਕਸ਼ੇਤਰ ਵਿੱਚ ਜੂਝਦੇ ਹੋਏ ਨੂੰ ਵੇਖ ਕੇ ਖੁਸ਼ ਹੋਣ ਲੱਗੇ ਅਤੇ ਉਸਦੀ ਲੜਾਈ ਦੇ ਕੌਸ਼ਲ ਵੇਖ ਕੇ ਜਕਾਰੇ ਦੇ ਉੱਚੇ ਆਵਾਜ਼ ਵਿੱਚ ਨਾਅਰੇ ਬੁਲੰਦ ਕਰਨ ਲੱਗੇ, ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਜੁਝਾਰ ਸਿੰਘ ਵੈਰੀ ਫੌਜ ਦੇ ਵਿੱਚ ਘਿਰ ਗਏ, ਪਰ ਉਹਨਾਂ ਨੇ ਬਹਾਦਰੀ ਦੇ ਜ਼ੋਰ ਦਿਖਲਾਉਂਦੇ ਹੋਏ ਵੀਰ ਗਤੀ ਪਾਈ। ਇਹਨਾਂ ਦੋਨਾਂ ਯੋਧਾਵਾਂ ਦੀ ਉਮਰ 18 ਸਾਲ ਅਤੇ 14 ਸਾਲ ਦੀ ਸੀ। ਵਰਖਾ ਅਤੇ ਬੱਦਲਾਂ ਦੇ ਕਾਰਨ ਸ਼ਾਮ ਹੋ ਗਈ। ਸਾਲ ਦਾ ਸਭ ਤੋਂ ਛੋਟਾ ਦਿਨ ਸੀ। ਕੜਾਕੇ ਦੀ ਸਰਦੀ ਪੈ ਰਹੀ ਸੀ। ਅੰਧਕਾਰ ਹੁੰਦੇ ਹੀ ਲੜਾਈ ਰੁਕ ਗਈ। ਗੁਰੂ ਸਾਹਿਬ ਨੇ ਦੋਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੁੰਦੇ ਵੇਖ ਕੇ ਅਕਾਲ ਪੁਰਖ ਦੇ ਸਾਹਮਣੇ ਧੰਨਵਾਦ ਸ਼ੁਕਰਾਨੇ ਦੀ ਅਰਦਾਸ ਕੀਤੀ ਅਤੇ ਕਿਹਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ।